खालसा वाहिगुरु जी की फतेह। सूरठ सू रस पीजिए कबू न फीका होए। ਅੱਜ ਅਸੀਂ ਵਿਚਾਰ ਇੱਥੋਂ ਸ਼ੁਰੂ ਕਰਨੇ। ਕੱਲ ਇੱਥੇ ਵਿਚਾਰ ਆਪਾਂ ਨੇ ਸੰਪੂਰਨ ਕੀਤੀ। ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ। ਮਰਜ਼ ਕਹਿੰਦੇ ਹੈ ਵੀ ਕਿਸੇ ਦਾ ਜਨਮ ਬਹੁਤ ਉੱਚੇ ਘਰ ਹੋਇਆ, ਉੱਚੀ ਕੁੱਲ ਉਹ ਆਪਣੇ ਆਪ ਨੂੰ ਸਮਝਦਾ ਹੋਵੇ ਵੀ ਮੈਂ ਉੱਚੇ ਕੁੱਲ 'ਚ ਪੈਦਾ ਹੋਇਆ। ਚਲੋ ਬ੍ਰਾਹਮਣ ਜਿਹੜੀ ਕੁੱਲ ਹੈ ਇਹਨੂੰ ਉੱਚੀ ਸਮਝਿਆ ਜਾਂਦਾ ਹੈ। ਮਰਜ਼ ਕਹਿੰਦੇ ਤੂੰ ਉਸ ਕੁੱਲ 'ਚ ਪੈਦਾ ਹੋਵੇਂ, ਉਸ ਕੁੱਲ 'ਚ ਪੈਦਾ ਹੋ ਕੇ ਜੇ ਤੂੰ ਜਿਨ ਕੀਤੋ ਸੋ ਵਿਸਰੇ, ਜਿਹਨੇ ਤੈਨੂੰ ਪੈਦਾ ਕੀਤਾ ਉਹਨੂੰ ਹੀ ਭੁੱਲ ਜਾਏ, ਉਹਨੂੰ ਭੁੱਲ ਜਾਏ। ਮਰਜ਼ ਕਹਿੰਦੇ ਬਿਰਥਾ ਗਇਓ ਜਨਮ, ਉਹ ਜਨਮ ਬਿਰਥਾ ਚਲਾ ਜਾਂਦਾ ਹੈ। ਜਿਹਨੇ ਸਾਨੂੰ ਪੈਦਾ ਕੀਤਾ ਜੇ ਅਸੀਂ ਉਹਨੂੰ ਭੁੱਲ ਜਾਂਦੇ ਹਾਂ ਨਾ, ਮਰਜ਼ ਕਹਿੰਦੇ ਕੁੱਲ ਜਿਹੜੀ ਮਰਜ਼ੀ 'ਚ ਜਨਮ ਲੈ ਲਾ। ਕੱਲ੍ਹ ਦਾਸ ਨੇ ਇੱਥੇ ਸਮਾਪਤੀ ਕੀਤੀ ਵੀ ਰਾਵਣ ਬਹੁਤ ਉੱਚੀ ਕੁੱਲ 'ਚ ਪੈਦਾ ਹੋਇਆ। ਮਹਾਰਾਜ ਨੇ ਬਚਨ ਕਹੇ ਅਤ ਸੁੰਦਰ, ਅਤ ਦਾ ਸੋਹਣਾ ਵੀ ਸੀ ਰਾਵਣ। ਅਤ ਸੁੰਦਰ ਕੁਲੀਨ, ਕੁਲੀਨ ਦਾ ਅਰਥ ਕੁੱਲ ਹੀ ਹੈ। ਬ੍ਰਾਹਮਣਾਂ ਦੀ ਕੁੱਲ 'ਚ ਉੱਚੀ ਕੁੱਲ 'ਚ ਪੈਦਾ ਹੋਇਆ ਜੀ। ਅਤ ਸੁੰਦਰ ਕੁਲੀਨ ਚਤੁਰ, ਚਤੁਰ ਚਲਾਕ ਸਿਆਣਾ ਬਹੁਤ ਜ਼ਿਆਦਾ ਸੀ। ਉਹਨੂੰ 10 ਸਿਰਾ ਕਿਹਾ ਜਾਂਦਾ ਹੈ। 10 ਸਿਰ ਕਿਸੇ ਇਨਸਾਨ ਨੂੰ ਲੱਗਦੇ ਨਹੀਂ ਹੈ। ਰਾਵਣ ਉਹੋ ਜਿਹਾ ਨਹੀਂ ਸੀ ਜਿਹੋ ਜਿਹਾ ਪੁਤਲਾ ਬਣਾ ਕੇ ਸਾੜਿਆ ਜਾਂਦਾ ਵੀ ਇੱਕ ਸਰੀਰ ਖਿਲਾਰ ਕੇ ਤੇ 5 ਸਿਰ ਨਾਲ ਜੋੜ ਦਿੱਤੇ ਜਾਂਦੇ। ਇਹਦਾ ਮਤਲਬ ਹੈ ਵੀ ਉਹ 10 ਬੰਦਿਆਂ ਜਿੰਨੀ ਸੋਝੀ ਗਿਆਨ। ਕੁਝ ਬੰਦੇ ਫੈਸਲਾ ਲੈਂਦੇ, 5 ਬੰਦੇ 10 ਬੰਦਿਆਂ ਦਾ ਗਰੁੱਪ ਬਣਾਉਂਦੇ ਵੀ ਇਹ ਕਮੇਟੀ ਬਣਾ ਦਿੱਤੀ ਜੀ ਹੁਣ ਇਸ 'ਤੇ ਫੈਸਲਾ ਕਰੇਗੀ। ਮੰਨ ਲਓ ਜੇ 10 ਸਿਰਾਂ ਦੀ ਗੱਲ ਕਰੀਏ, 2 ਪਿੰਡ ਦੀਆਂ ਪੰਚਾਇਤਾਂ ਬਣਦੀਆਂ, ਇੱਕ ਸਰਪੰਚ ਹੁੰਦੇ, 4 ਪੰਚ ਹੁੰਦੇ ਨੇ। ਉਹ ਸਰਪੰਚ ਤੇ ਪੰਚ ਪਿੰਡ ਦਾ ਫੈਸਲਾ ਲੈਂਦੇ ਹੈ, ਬੁਰਾ ਭਲੇ ਦਾ। ਅਤੇ ਜੇ ਰਾਵਣ ਦੀ ਗੱਲ ਕਰੀਏ, 2 ਪਿੰਡਾਂ ਜਿੰਨਾ ਸਿਆਣਾ ਸੀ ਉਹ 10 ਸਿਰਾਂ ਨੂੰ। ਅੱਤ ਦਾ ਸੁੰਦਰ ਵੀ ਹੈ, ਸੋਹਣਾ ਵੀ ਹੈ, ਕੁਲੀਨ ਉੱਚੀ ਕੁੱਲ 'ਚ ਵੀ ਪੈਦਾ ਹੋਇਆ, ਚਤੁਰ ਸਿਆਣਾ ਵੀ ਬੜਾ, ਮੁੱਖ ਗਿਆਨੀ, 4 ਵੇਦ ਕੰਠ ਸਨ ਜੀ ਉਹਨੂੰ। ਗਿਆਨ ਦੀਆਂ ਗੱਲਾਂ ਕਰਨ ਵਾਲਾ, ਅਰਥ ਕਰਨ ਵਾਲਾ, ਮੁੱਖ ਗਿਆਨੀ, ਧਨਵੰਤ। ਰਾਵਣ ਵਰਗਾ ਸੰਸਾਰ ਤੇ ਦੂਸਰਾ ਨਹੀਂ ਹੋਇਆ ਜਿਹਨੇ ਆਪਣਾ ਘਰ ਸੋਨੇ ਦਾ ਬਣਾਇਆ। ਮਹਾਰਾਜ ਕਹਿੰਦੇ ਨਾ ਲੰਕਾ ਗੜ ਸੋਨੇ ਕਾ ਪਾਇਆ, ਲੰਕਾ ਸੋਨੇ ਦੀ ਸੀ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕਾ। ਧਰਮ ਦੀ ਦੁਨੀਆ 'ਚ ਉਸ ਬੰਦੇ ਨੂੰ ਮਿਰਤਕ ਕਿਹਾ ਜਾਂਦਾ ਹੈ। ਇਹਨੂੰ ਜਿਹੇ ਪ੍ਰੀਤ ਨਹੀਂ ਭਗਵੰਤ, ਜਿਹਨੇ ਪੈਦਾ ਕੀਤਾ ਜੋ ਉਹਦੇ ਨਾਲ ਪ੍ਰੀਤ ਨਹੀਂ, ਉਹ ਜਿੱਡੀ ਮਰਜ਼ੀ ਉੱਚੀ ਕੁੱਲ 'ਚ ਪੈਦਾ, ਸਿਆਣਾ ਵੀ ਹੋਵੇ, ਗਿਆਨੀ ਵੀ ਹੋਵੇ, ਅਮੀਰ ਵੀ ਹੋਵੇ, ਮਹਾਰਾਜ ਕਹਿੰਦੇ ਉਹ ਰੱਬ ਦੇ ਘਰ ਪ੍ਰਵਾਨ ਨਹੀਂ ਹੋ ਸਕਦਾ। ਬੜੀ ਤਾਕਤ ਸੀ ਰਾਵਣ ਕੋਲ। ਚੰਦ ਸੂਰਜ ਜਾਣ ਕੀ ਤਪਤ ਰਸੋਈ, ਮੈਂ ਸੰਤਰ ਜਾਣ ਕੇ ਕਮਰੇ ਧੋਈ। ਜਦ ਕਹਾਂ ਭਇਓ ਦਰ ਬਾਂਧੇ ਹਾਥੀ ਫਿਰ ਮੈਂ ਭਈ ਪੁਰਾਣੇ ਹਾਥੀ ਦਰਵਾਜ਼ੇ 'ਤੇ ਬੰਦੇ ਰਹਿੰਦੇ। ਫੌਜ ਦਾ ਕੋਈ ਅੰਤ ਨਹੀਂ ਹੈ, ਸਭ ਕੁਝ ਹੈ, ਪਰ ਗੁਰੂ ਸਾਹਿਬ ਨੇ ਕਿਹਾ ਹੰਕਾਰ ਕਰਕੇ ਉਹ ਮਾਰਿਆ ਗਿਆ। ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਹੀਰ ਨੂੰ ਇਹਦਾ ਮਤਲਬ ਉਹ ਪ੍ਰਵਾਨ ਨਹੀਂ ਹੋਇਆ। ਹਾਂ ਉਹ ਸਿਆਣਾ ਵੈਸੇ ਇੰਨਾ ਸੀ, ਜਦੋਂ ਇਹਦਾ ਸੰਘਾਰ ਹੋਇਆ ਨਾ ਰਾਮ ਜੀ ਨੇ ਕੀਤਾ, ਰਾਮ ਜੀ ਹੁਣ ਮੌਕੇ ਦੇ ਅਵਤਾਰ ਨੇ, ਲੋਕ ਰੱਬ ਕਰਕੇ ਉਹਨੂੰ ਪੂਜਦੇ ਹੈ। ਤੇ ਰਾਵਣ ਨੇ ਮਰਨ ਲੱਗੇ ਨੇ ਇੱਕ ਗੱਲ ਕਹੀ, ਕਹਿੰਦਾ ਮੈਂ ਜਿੱਤ ਕੇ ਚੱਲਿਆ। ਉਹ ਰਾਮ ਜੀ ਨੇ ਲਛਮਣ ਨੂੰ ਵੀ ਕਿਹਾ ਸੀ ਵੀ ਰਾਵਣ ਬੜਾ ਬਦਮਾਨ ਬੰਦਾ, ਕੋਈ ਉਪਦੇਸ਼ ਲੈਂਦਾ। ਤੇ ਉਹ ਜਿਹੜਾ ਲਛਮਣ ਸੀ ਉਹ ਸਰਾਣੇ ਖੜ ਗਿਆ। ਰਾਮ ਜੀ ਨੇ ਕਿਹਾ ਸਰਾਣੇ ਖੜ ਕੇ ਨਹੀਂ ਉਪਦੇਸ਼, ਹੱਥ ਜੋੜ ਕੇ ਪੈਰਾਂ 'ਤੇ ਖੜ ਕੇ ਕੋਈ ਗਿਆਨ ਪ੍ਰਾਪਤ ਕਰੀਦਾ ਹੁੰਦਾ। ਤੇ ਉਹ ਹੱਸਦਾ ਸੀ, ਕਹਿਣ ਲੱਗਾ ਮੈਂ ਜਿੱਤਿਆ। ਲਛਮਣ ਜੀ ਕਹਿੰਦੇ ਹੋਏ ਮਰ ਚੱਲਿਆ ਤੂੰ, ਜਾਨ ਨਿਕਲ ਚੱਲੀ ਹੈ, ਲੰਕਾ ਤੇਰੀ ਸਾੜ ਦਿੱਤੀ, ਕੱਖ ਰਿਹਾ ਨਹੀਂ ਤੇਰੇ ਕੋਲ, ਤੂੰ ਕਹਿੰਦਾ ਮੈਂ ਜਿੱਤ ਚੱਲਿਆ। ਤੇ ਹੱਸ ਕੇ ਇੱਕ ਗੱਲ ਕਹੀ ਸੀ ਰਾਵਣ ਨੇ, ਕਹਿਣ ਲੱਗਾ ਮੈਂ ਸੁਣਿਆ ਹੈ ਜੇ ਮੌਕੇ ਦੇ ਅਵਤਾਰ ਦੇ ਹੱਥੋਂ ਕੋਈ ਮਰਦਾ ਹੈ ਤੇ ਉਹ ਨਰਕਾਂ 'ਚ ਨਹੀਂ ਪੈਂਦਾ। ਜਿੰਨੇ ਮਰਜ਼ੀ ਉਹਨੇ ਗੁਨਾਹ ਪਾਪ ਜੋ ਮਰਜ਼ੀ ਉਹਨੇ ਕੀਤਾ ਹੋਵੇ,
ਤੇ ਰਾਮ ਜੀ ਦੇ ਹੱਥੋਂ ਮਰ ਕੇ ਚੱਲੇ, ਮੌਕੇ ਦੇ ਅਵਤਾਰ ਨੇ, ਇਹਨਾਂ ਦੇ ਹੱਥੋਂ ਮਰ ਕੇ ਮੈਂ ਤੇ ਦਰਗਾਹ 'ਚ ਪ੍ਰਵਾਨ ਹੋਣ ਚੱਲਿਆ, ਸੱਚਖੰਡ ਪਹੁੰਚ ਜਾਣਾ। ਮੇਰੀ ਜੇਤੀ ਹੋਈ ਨਾ ਵੀ ਤੁਸੀਂ ਅਜੇ ਮਾਤ ਲੋਕ ਦੇ ਫਿਰਦੇ ਹੋ ਤੇ ਤੁਹਾਡੇ ਤੋਂ ਪਹਿਲਾਂ ਮੈਂ ਸੱਚਖੰਡ ਦਰਗਾਹ 'ਚ ਪਹੁੰਚ ਜਾਣਾ। ਇਹਦਾ ਮਤਲਬ ਜਿੱਤ ਕੇ ਹੀ ਚੱਲਿਆ ਨਾ, ਤੁਹਾਡੇ ਹੱਥੋਂ ਮੇਰਾ ਸੰਘਾਰ ਹੋਇਆ, ਮੈਂ ਨਰਕਾਂ 'ਚ ਤੇ ਪੈਣ ਵਾਲਾ ਨਹੀਂ ਹੈ। ਉਹ ਸਿਆਣ ਮਹਾਰਾਜ ਕਹਿੰਦੇ ਜਿੰਨੇ ਸਾਨੂੰ ਪੈਦਾ ਕੀਤਾ ਜੇ ਉਹਨੂੰ ਭੁੱਲ ਜੀਏ ਨਾ, ਤੇ ਮਹਾਰਾਜ ਕਹਿੰਦੇ ਬਿਰਥਾ ਗਇਓ ਜਨਮ। ਜਿਹੜਾ ਰੱਬ ਨੂੰ ਭੁੱਲ ਜਾਂਦਾ ਉਹਦਾ ਜਨਮ ਬਿਰਥ ਜਾਂਦਾ ਹੈ। ਅੱਗੇ ਭੋਗ ਦੇ ਸ਼ਲੋਕਾਂ ਦੀ ਪਹਿਲੀ ਪੰਕਤੀ ਦੀ ਆਪਾਂ ਇਹੀ ਵਿਚਾਰ ਕਰਨੀ, ਗੁਣ ਗੋਬਿੰਦ ਗਾਇਓ ਨਹੀਂ ਨਾ ਗੋਬਿੰਦ ਦੇ ਗੁਣ ਗਾਏ ਤੇ ਫਿਰ ਕੀ ਹੋਏਗਾ? ਜਨਮ ਅਕਾਰਥ ਕੀਣ ਵਿਅਰਥ ਜਨਮ। ਤੇ ਜੇ ਗੁਣ ਗੋਬਿੰਦ ਗਾਇਓ ਜੇ ਗਾਲੇ ਫਿਰ ਨਹੀਂ ਜਨਮ ਅਕਾਰਥ ਕੀਣ, ਜਨਮ ਵਿਅਰਥ ਨਹੀਂ ਜਾਏਗਾ। ਸੁਖਮਨੀ ਸਾਹਿਬ ਦੀ ਬਾਣੀ 'ਚ ਇਸ ਪੰਕਤੀ ਦੀ ਵਿਚਾਰ ਅਸੀਂ ਖੁੱਲ੍ਹ ਕੇ ਲੱਭ ਸਕਦੇ ਹਾਂ। ਮੈਂ ਸੰਖੇਪ ਬੇਨਤੀ ਕਰਨੀ, ਮਹਾਰਾਜ ਨੇ ਗੁਣ ਯਾਦ ਕਰਾਏ, ਬਹੁਤ ਮੇਰੀ ਬੇਨਤੀ ਵੀ ਦੱਸ ਨਹੀਂ ਕੀਤੀ, ਫਿਰ ਅੱਜ ਲੋੜ ਹੈ। ਰਮਈਆ ਕੀ ਗੁਣ ਚੇਤ ਪੁਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਮਹਾਰਾਜ ਸਾਨੂੰ ਕਹਿੰਦੇ ਹੋ ਬੰਦਿਆ ਜਿੰਨੇ ਤੈਨੂੰ ਸਵਾਰਿਆ ਸ਼ਿੰਗਾਰਿਆ। ਮੈਂ ਕੱਲ੍ਹ ਇੱਕ ਵਿਦਵਾਨ ਨੂੰ ਪੜ੍ਹਿਆ, ਚਲੋ ਅੱਗੇ ਜੋ ਮੈਂ ਪੜ੍ਹਿਆ ਸਾਨੂੰ ਗਿਆਨ ਕਿਤੋਂ ਲੈਣਾ ਚਾਹੀਦਾ। ਕਹਿੰਦੇ 3 ਮਹੀਨੇ ਬਾਅਦ ਮਨੁੱਖ ਦੇ ਅੰਦਰੋਂ ਰੱਬ ਜਿਹੜੀ ਨਾ ਜਿੱਦ ਪਾਉਂਦਾ ਹੈ। ਕੱਲ੍ਹ ਮੈਂ ਕਿਸੇ ਵਿਦਵਾਨ ਨੂੰ ਪੜ੍ਹਿਆ, ਉਹ ਕਹਿੰਦਾ ਜੀ 40 ਦਿਨ ਤੋਂ ਲੈ ਕੇ 48 ਦਿਨਾਂ ਦੇ ਵਿੱਚ ਮਨੁੱਖ ਦਾ ਦਿਲ ਧੜਕਣ ਲੱਗ ਪੈਂਦਾ ਗਰਭ ਦੇ ਅੰਦਰ। 40 ਤੋਂ ਲੈ ਕੇ 48 ਦਿਨਾਂ ਦੇ ਅੰਦਰ ਮਨੁੱਖ ਨੂੰ ਉਹ ਵਿੱਚ ਅੰਦਰੋਂ ਉਹ ਆਪਣੀ ਜੋਤ ਟਿਕਾਉਂਦਾ ਹੈ ਮਾਂ ਦੇ ਗਰਭ ਦੇ ਅੰਦਰ, 40 ਦਿਨ ਤੋਂ ਲੈ ਕੇ 48 ਦਿਨ ਤੱਕ। ਅੱਗੇ ਮੈਂ ਜਦੋਂ ਪੜ੍ਹਿਆ ਸੀ ਕਹਿੰਦੇ 3 ਮਹੀਨਿਆਂ ਦਾ ਜਦੋਂ ਹੋ ਜਾਂਦਾ ਬੱਚਾ ਬਣ ਜਾਂਦਾ, 3 ਮਹੀਨਿਆਂ ਦੇ ਜਦੋਂ ਅੰਗ ਫਿਰ ਉਹਦੇ 'ਚ ਜਿੱਦ ਪਾਉਂਦਾ। ਪਰ ਮੈਂ ਉਸ ਵਿਦਵਾਨ ਨੂੰ ਪੜ੍ਹਿਆ, ਹੁਣ ਉਹ ਅੰਦਰਲੀ ਗੱਲ ਤੇ ਵਾਹਿਗੁਰੂ ਜਾਣਦਾ ਜੀ। ਹਾਂ ਅਸੀਂ ਇੰਨਾ ਕੁ ਗੱਲ ਜਾਣਦੇ ਵੀ ਉੱਥੇ ਪ੍ਰਤਪਾਲਨਾ ਸਾਡੀ ਪ੍ਰਮਾਤਮਾ ਨੇ ਕੀਤੀ। ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਇੱਥੇ ਕੋਈ ਰੱਖਿਆ ਨਹੀਂ ਸੀ ਕਰ ਸਕਦਾ, ਉੱਥੇ ਉਹਨੇ ਰੱਖਿਆ ਕੀਤੀ। ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੀ ਉੱਥੇ ਤੇਰੀ ਰੱਖ। ਅਗਨੀ ਉਦਰ ਮਾਹੇ, ਉਧਰ ਦੀ ਅਗਨੀ 'ਚ ਮਹਾਰਾਜ ਤਾਂ ਹੀ ਤੇ ਚੇਤਾ ਕਰਾਉਂਦੇ ਹੋ ਜਿਹਨੇ ਤੈਨੂੰ ਰੱਖਿਆ, ਜਿਹਨੇ ਤੈਨੂੰ ਪੈਦਾ ਕੀਤਾ, ਸਾਜ ਸਵਾਰ ਸ਼ਿੰਗਾਰਿਆ, ਜਿਹਨੇ ਤੇਰੀ ਸਾਜਨਾ ਕੀਤੀ, ਸਵਾਰਿਆ ਸ਼ਿੰਗਾਰਿਆ। ਰਮਈਆ ਕੇ ਗੁਣ ਚੇਤ ਪ੍ਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉੱਪਰ ਸਾਗ ਸੈਣ ਮੁੱਖ ਅਪਿਆਓ ਬੈਠ ਕੋ ਦੇਣੇ ਪ੍ਰਬੰਧ ਰੱਬ ਨੇ ਕੀਤੇ। ਸੁਖਮਨੀ ਸਾਹਿਬ ਦੀ ਬਾਣੀ 'ਚ ਸੌਖੀ ਜੀ ਇੱਕ ਅਸ਼ਟਪਦੀ ਹੈ, ਉਹ ਜ਼ਰੂਰ ਬਹੁਤਿਆਂ ਨੇ ਪੜ੍ਹੀ, ਅਰਥ ਵੀ ਸਪਸ਼ਟ ਹੁੰਦੇ ਹੈ। ਸਤਿਗੁਰੂ ਕਹਿੰਦੇ ਆ ਜਿਹੇ ਪ੍ਰਸਾਦ ਛਤੀ ਅੰਮ੍ਰਿਤ ਖਾਏ। ਰੱਬ ਦੇ ਸਾਹਮਣੇ ਤੇ ਹੈ ਛਤੀ ਜੋ ਮਰਜ਼ੀ ਖਾ ਲਓ, ਛਤੀ ਅੰਮ੍ਰਿਤ ਖਾਏ ਖਾਣਾ ਹੈ ਤੂੰ, ਜਿਹਦੀ ਕਿਰਪਾ ਨਾਲ ਜਿਹਦੀ ਪ੍ਰਸਾਦ ਕਿਰਪਾ ਨੂੰ ਕਹਿੰਦੇ, ਇੱਥੇ ਕਿਰਪਾ ਪ੍ਰਸਾਦ ਦਾ ਅਰਥ, ਜਿਹਦੀ ਕਿਰਪਾ ਨਾਲ ਛੱਤੀ ਤਰ੍ਹਾਂ ਦਾ ਭੋਜਨ ਛਕਦਾ। ਤਿਸ ਠਾਕੁਰ ਕੋ ਰੱਖ ਮਨ ਮਾਹੇ, ਉਸ ਠਾਕੁਰ ਨੂੰ ਮਨ 'ਚ ਫਿਰ ਕਿਉਂ ਨਹੀਂ ਵਸਾਉਣਾ? ਮਨੁੱਖ ਦਾ ਜੋ ਦਿਲ ਕਰਦਾ ਹੀ ਛਕਦਾ ਹੈ। ਮਹਾਰਾਜ ਕਹਿੰਦੇ ਜਿਹਦਾ ਦਿੱਤਾ ਖਾਣਾ ਹੈ ਉਹਦਾ ਧੰਨਵਾਦ ਤੇ ਕਰਿਆ ਕਰ। ਹਾਂ ਸਾਡੇ ਗੁਰੂ ਸਾਹਿਬ ਨੇ ਧੰਨਵਾਦ ਕਰਨਾ ਸਿਖਾਇਆ। ਚਲੋ ਹੁਣ ਹੋ ਸਕਦਾ ਕੋਈ ਨਾ ਅਰਦਾਸ ਕਰਦਾ ਹੋਵੇ, ਨਹੀਂ ਤੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਜ਼ਰੂਰ ਅਸੀਂ ਸ਼ੁਕਰਾਨਾ ਕਰਨਾ ਹੈ। ਜ਼ਰੂਰ ਅਸੀਂ ਭਗਤੀ ਪੜ੍ਹਨੀ ਹੈ। ਕਾਮ ਕ੍ਰੋਧ ਆਦ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਘਰ ਪ੍ਰਸਾਦ। ਗੁਰੂਦੇਵ ਜੀ ਅੰਨ ਛਕਣ ਲੱਗਾ, ਇਹਨੂੰ ਪ੍ਰਸਾਦ ਹੀ ਬਣਾ ਦਿਓ। ਇਹਦੇ ਛਕਣ ਨਾਲ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾ ਪੈਦਾ ਹੋਵੇ। ਥਾਲਾ ਅੱਗੇ ਪਿਆ ਹੋਵੇ ਤੇ ਹੱਥ ਜੋੜ ਕੇ ਸਿੱਖ ਨੇ ਪੜ੍ਹਨਾ ਹੈ, ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿਨੇ ਗੁਰੂ ਮਨਾਇਆ ਰੱਜ ਰੱਜ ਸਹੀ ਖਾਏ। ਜੇ ਅੱਜ ਮੰਗ ਕੇ ਨਹੀਂ ਨਾ ਸਾਨੂੰ ਖਾਣੀ ਪੈਂਦੀ, ਖੋ ਕੇ ਨਹੀਂ ਖਾਣੀ ਪੈਂਦੀ, ਦੇ ਰਿਹਾ ਛੱਤੀ ਤਰ੍ਹਾਂ ਦਾ, ਕਿਉਂ ਨਹੀਂ ਫਿਰ ਅਸੀਂ ਉਹਦਾ ਸ਼ੁਕਰਾਨਾ ਕਰਦੇ ਵੀ? ਕਿੰਨੀਆਂ ਸਹੂਲਤਾਂ ਸਾਨੂੰ। ਮਹਾਰਾਜ ਕਹਿੰਦੇ ਤਿਸ ਠਾਕੁਰ ਕੋ ਰੱਖ ਮਨ ਮਾਹੇ, ਉਸ ਠਾਕੁਰ ਨੂੰ ਮਨ 'ਚ ਰੱਖ ਵਸਾ। ਕਿਉਂ ਨਹੀਂ ਫਿਰ ਚੇਤੇ ਕਰਦਾ? ਤੈਨੂੰ ਚੇਤੇ ਕਰਨਾ ਚਾਹੀਦਾ। ਜਿਹੇ ਪ੍ਰਸਾਦ ਸੁਗੰਧਤ ਤਨ ਲਾਵੇ,
ਸੁਗੰਧਿਤ ਤਨ ਤੇ ਆ ਕੋਈ ਬੰਦਾ ਆਉਂਦਾ ਨਾ ਮੱਥਾ ਟੇਕਦਾ, ਪਰਫਿਊਮ ਲਾਇਆ ਹੁੰਦਾ ਉਹਨੇ, ਸਾਰੇ ਦਰਬਾਰ 'ਚ ਖੁਸ਼ਬੂ ਫੈਲ ਜਾਂਦੀ ਹੈ। ਜਿੰਨੇ ਤੈਨੂੰ ਇੰਨੇ ਸੋਹਣੇ ਅਤਰ ਚੰਦਨ ਜੋ ਮਰਜ਼ੀ ਜਿਹੋ ਜਿਹਾ ਮਰਜ਼ੀ ਉਹ ਪਰਫਿਊਮ ਲਾ, ਜੋ ਮਹਾਰਾਜ ਕਹਿੰਦੇ ਇਹ ਸਹੂਲਤਾਂ ਰੱਬ ਤੈਨੂੰ ਦੇ ਰਿਹਾ, ਤੇ ਇਸ ਕੋ ਸਿਮਰਤ ਪਰਮਗਤ ਪਾਵੈ। ਜਿਹਨੇ ਤੈਨੂੰ ਸਾਰਾ ਕੁਝ ਦਿੱਤਾ ਉਹਨੂੰ ਸਿਮਰ, ਪਰਮ ਪਦ ਦੀ ਪ੍ਰਾਪਤੀ ਹੋਏਗੀ। ਮਹਾਰਾਜ ਕਹਿੰਦੇ ਜਿਹੜਾ ਤੈਨੂੰ ਹਰੇਕ ਸਾਹ ਦੇ ਰਿਹਾ, ਸਹੂਲਤਾਂ ਦੇ ਰਿਹਾ, ਖਾਣ ਪੀਣ ਲਈ ਦੇ ਰਿਹਾ, ਸਭ ਕੁਝ ਦੇ ਰਿਹਾ, ਮਹਾਰਾਜ ਕਹਿੰਦੇ ਉਹਨੂੰ ਜਪਦਾ ਕਿਉਂ ਨਹੀਂ ਹੈ? ਜੇ ਪ੍ਰਸਾਦ ਬਸੈ ਸੁਖ ਮੰਦਰ, ਮੰਦਰ ਘਰ ਕਰੋੜਾਂ ਰੁਪਈਆ ਬਗਲਾ ਲਾਇਆ ਹੋਵੇ, ਪਾਇਆ ਹੋਵੇ, ਤੇ ਬਗਲੇ 'ਚ ਰਹਿਣ ਵਾਲਾ ਰੱਬ ਦਾ ਹੀ ਸ਼ੁਕਰਾਨਾ ਨਾ ਕਰੇ, ਉਸ ਤੋਂ ਵੱਡਾ ਕੋਈ ਕਿਰਤ ਘਰ ਨਹੀਂ ਹੋ ਸਕਦਾ। ਬਗਲਾ ਕਿਸੇ ਕੋਲ ਨਾ ਵੀ ਹੋਵੇ, ਰਹਿਣ ਦੀ ਛੱਤ ਹੋਣੀ ਚਾਹੀਦੀ ਹੈ, ਛੱਤ ਹੋਣੀ ਚਾਹੀਦੀ ਰਹਿਣ ਦੀ। ਜਿਹਦੇ ਕੋਲ ਛੱਤ ਹੈ ਨਾ ਰਹਿਣ ਲਈ, ਰੋਟੀ ਕੱਪੜੇ ਤੇ ਮਕਾਨ ਦੀ ਲੋੜ ਹੈ। ਸਾਨੂੰ ਇਹ ਤਿੰਨ ਲੋੜਾਂ ਨੇ ਸਾਡੀਆਂ ਮੁੱਢਲੀਆਂ। ਖਾਣ ਲਈ ਪ੍ਰਸ਼ਾਦਾ ਚਾਹੀਦਾ, ਪਹਿਨਣ ਲਈ ਤਨ ਢੱਕਣ ਲਈ ਕੱਪੜਾ ਹੋਣਾ ਚਾਹੀਦਾ, ਤੇ ਆ ਜਿਵੇਂ ਕਣੀਆਂ ਪੈ ਰਹੀਆਂ, ਮੀਂਹ ਕਣੀਆਂ ਤੋਂ ਬਚਣ ਲਈ ਇੱਕ ਛੱਤ ਸਿਰ ਤੇ ਹੋਣੀ ਚਾਹੀਦੀ ਹੈ। ਜਿਹਦੇ ਕੋਲ ਹੈ ਉਹਨੂੰ ਤੇ ਸ਼ੁਕਰਾਨਾ ਕਰਨਾ ਹੀ ਚਾਹੀਦਾ। ਇਹਦੇ ਕੋਲ ਨਹੀਂ, ਫੁੱਟਪਾਥ 'ਤੇ ਸੁੱਤੇ ਨੇ, ਕਈਆਂ ਨੂੰ ਕੰਬਲ ਵੀ ਨਸੀਬ ਨਹੀਂ ਹੁੰਦਾ, ਸਾਰਾ ਸਿਆਲ ਨੂੰ ਠੰਡ 'ਚ ਕੱਢਦੇ ਨੇ, ਰੱਬ ਨੂੰ ਸ਼ਾਇਦ ਉਹ ਯਾਦ ਕਰਦੇ ਹੋ, ਮਹਿਲਾਂ 'ਚ ਰਹਿਣ ਵਾਲਾ ਨਹੀਂ ਯਾਦ ਕਰਦਾ। ਹੋ ਸਕਦਾ ਕੰਬਲ ਦੇਣ ਵਾਲੀਆਂ ਕਿੰਨੀਆਂ ਗਰੀਬ ਸੀਸਾਂ ਦਿੰਦਾ, ਤੇ ਸਾਨੂੰ ਬੰਗਲੇ ਦਿੱਤੇ ਨੇ, ਅਸੀਂ ਕਿੰਨਿਆਂ ਕੁ ਦਾ ਭਲਾ ਕਰਦੇ ਹਾਂ ਵੀ। ਬੰਗਲਿਆਂ 'ਚ ਰਹਿਣ ਵਾਲਾ ਕਿੰਨਿਆਂ ਕੁ ਨੂੰ ਕੰਬਲ ਵੰਡਦਾ, ਕੰਬਲ ਲੈਣ ਵਾਲਾ ਰੱਬ ਦਾ ਸ਼ੁਕਰਾਨਾ ਕਰਦਾ। ਦਾਸ ਨੇ ਸ਼ਾਇਦ ਅੱਗੇ ਵੀ ਬੇਨਤੀ ਕੀਤੀ ਹੋਵੇ, ਇੱਕ ਬੰਦੇ ਕੋਲ ਜੁੱਤੀ ਨਹੀਂ, ਉਹ ਮਸੀਤ ਅੱਗੇ ਉਹਦੀ ਲੰਘਿਆ, ਕਹਿੰਦਾ ਅੰਦਰ ਨੂੰ ਲਾਂਭਾ ਹੀ ਦੇ ਦਿਆਂ ਵੀ ਪੈਣ ਲਈ, ਪੈਰਾਂ 'ਚ ਜੋੜਾ ਤੇ ਦੇ ਦੇ, ਨੂੰ ਗਰਮੀ ਹੈ, ਪੈਰ ਸੜਦੇ ਹੈ। ਜਦੋਂ ਅੰਦਰ ਗਿਆ ਮਸੀਤ ਦੇ ਅੰਦਰ, ਉਹ ਬੰਦਾ ਇਬਾਦਤ ਕਰ ਰਿਹਾ ਜਿਹਦੀਆਂ ਗੋਡਿਆਂ ਤੋਂ ਦੋਵੇਂ ਹੀ ਲੱਤਾਂ ਕੱਟੀਆਂ ਹੋਈਆਂ ਸਨ। ਉਹ ਲਾਂਭਾ ਦੇਣ ਗਿਆ, ਸ਼ੁਕਰਾਨਾ ਕਰਕੇ ਆਇਆ, ਕਹਿਣ ਲੱਗਾ ਵਾਹਿਗੁਰੂ ਉਹ ਅੱਲਾ ਤੇਰਾ ਸ਼ੁਕਰ ਹੈ, ਲੱਤਾਂ ਸਲਾਮਤ ਨੇ, ਮੈਂ ਤੇ ਜੁੱਤੀ ਦਾ ਹੀ ਲਾਂਭਾ ਦੇਣ ਆਇਆ ਸਾਂ, ਇੱਥੇ ਤੇ ਤੇਰੀ ਉਹ ਵੀ ਇਬਾਦਤ ਕਰਦੇ ਜਿਨ੍ਹਾਂ ਦੀਆਂ ਲੱਤਾਂ ਹੀ ਨੇ, ਸੱਚ ਜਾਣੋ ਜਿਨ੍ਹਾਂ ਦੀਆਂ ਕੱਟੀਆਂ ਨੇ ਉਹ ਇਬਾਦਤ ਕਰਦੇ, ਜਿਨ੍ਹਾਂ ਕੋਲ ਹੈ ਉਹ ਸ਼ੁਕਰਾਨਾ ਕੋਈ ਨਹੀਂ ਜੇ ਕਰਦੇ। ਅਸਲ ਗੱਲ ਇਹ ਹੈ, ਇੱਕ ਨਾ ਮਨੁੱਖ ਨੇ ਜੇ ਪ੍ਰਸਾਦ ਬਸੇ ਸੁਖ ਮੰਦਰ, ਸੁਖ ਮੰਦਰ ਘਰ ਸੋਹਣੇ ਮਹਿਲ। ਉਹਨਾਂ ਇੱਕ ਵਾਰੀ ਕੋਈ ਬੰਦਾ ਨਾ ਸੰਤਾਂ ਕੋਲ ਜਾਂਦਾ ਸੀ, ਉਹ ਬੜੇ ਮਹਾਂਪੁਰਖ ਬੜੇ ਪੁੱਜੇ ਹੋਏ ਸਨ, ਬੜੇ ਸਿਆਣੇ, ਬੜੇ ਦਾਨੇ, ਬੜੇ ਸਿਦਕ ਵਾਲੇ, ਬੜੇ ਸੰਤੋਖੀ ਸਨ। ਮੇਰੇ ਵਰਗਾ ਚਲਾ ਗਿਆ, ਕਹਿੰਦਾ ਜੀ ਮਕਾਨ ਪਾਉਣਾ ਤੇ ਖੁੱਲ੍ਹਾ ਮਕਾਨ ਚਾਹੀਦਾ ਹੈ। ਉਹ ਮਹਾਂਪੁਰਖ ਹੱਸ ਕੇ ਕਹਿੰਦੇ ਹੁਣ ਹੈ? ਕਹਿੰਦਾ ਜੀ ਹੁਣ ਤੇ ਇੱਕ ਹੀ ਕਮਰਾ ਹੈ ਬਸ। ਤੇ ਕਹਿੰਦੇ ਛੱਤ ਤੇ ਹੈ ਨਾ ਉੱਪਰ? ਕਹਿੰਦਾ ਜੀ ਹਾਂ। ਮਹਾਂਪੁਰਖ ਕਹਿੰਦੇ ਬਹੁਤ ਹੈ। ਕਹਿੰਦਾ ਨਹੀਂ ਜੀ ਖੁੱਲ੍ਹਾ ਮਕਾਨ। ਮਹਾਂਪੁਰਖ ਕਹਿੰਦੇ ਕਿ ਜਿੱਡਾ ਮਰਜ਼ੀ ਖੁੱਲ੍ਹਾ, ਸੌਣਾ ਤੇ ਇੱਕ ਕਮਰੇ 'ਚ ਹੀ ਹੈ। ਜਿਹੜਾ ਸਾਰਿਆਂ 'ਚ ਖੁੱਲ੍ਹੇ ਮਕਾਨ 'ਚ ਸਾਰਿਆਂ 'ਚ ਤੂੰ ਲੱਤਾਂ ਪਸਾਰ ਕੇ ਸੌਣਾ ਹੈ, ਕਮਰੇ ਫਿਰ ਵੀ ਇੱਕ 'ਚ ਸੌਏਗਾ। ਕਹਿੰਦਾ ਜੀ ਨਹੀਂ ਬੜੀ ਔਖੀ ਹੈ, ਖੁੱਲ੍ਹਾ ਮਕਾਨ ਚਾਹੀਦਾ। ਉਹ ਮਹਾਂਪੁਰਖ ਕਹਿੰਦੇ ਐਂ ਕਰੀ ਵੀ ਘਰੇ ਕੋਈ ਪਸ਼ੂ ਰੱਖਿਆ? ਪਸ਼ੂ? ਕਹਿੰਦਾ ਜੀ ਹਾਂ ਇੱਕ ਮੱਝ ਹੈ। ਉਹ ਮਹਾਂਪੁਰਖ ਕਹਿੰਦੇ ਵੀ ਫਿਰ ਕੱਲ੍ਹ ਨੂੰ ਆਈ ਐਂ ਕਰੀ, ਅੱਜ ਰਾਤ ਨੂੰ ਨਾ ਉਸੇ ਕਮਰੇ 'ਚ ਤੂੰ ਆਪਣੀ ਮੱਝ ਵੀ ਬੰਨਣੀ ਹੈ ਜਿੱਥੇ ਸੌਣਾ। ਹੁਣ ਮੋੜ ਨਹੀਂ ਸਕਦਾ, ਉਹਨੂੰ ਪਤਾ ਸੀ ਪੂਰਨ ਮਹਾਂਪੁਰਖ ਨਾਲ ਜੁੜਿਆ ਸੀ ਕਾਫੀ ਸਮੇਂ ਤੋਂ। ਕਹਿੰਦਾ ਜੀ ਮੈਂ ਤੁਹਾਡੇ ਤੋਂ ਵੱਡਾ ਮਕਾਨ ਤੁਸੀਂ ਕਹਿੰਦੇ ਨਹੀਂ ਫਿਰ ਆਈ, ਕੋਈ ਨਹੀਂ ਬਾਅਦ 'ਚ ਆਈ। ਇੱਕ ਵਾਰੀ ਉਹ ਮੱਝ ਉਸੇ ਕਮਰੇ 'ਚ ਉਹਨੇ ਮੱਝ ਬੰਨ ਲਈ। ਅਗਲੇ ਦਿਨ ਫਿਰ ਗਿਆ ਜੀ ਹੁਣ ਕਰ ਦਿਓ ਬਚਨ ਵੀ ਸੋਹਣਾ ਮਕਾਨ ਆ। ਕਹਿੰਦੇ ਜੀ ਹੋਰ ਕੋਈ ਕੁਝ ਰੱਖਿਆ? ਕਹਿੰਦਾ ਜੀ ਇੱਕ ਬੱਕਰੀ ਹੈ, ਕਹਿੰਦੇ ਅੱਜ ਉਹ ਵੀ ਉਸੇ ਕਮਰੇ 'ਚ ਹੀ ਮਰਨੀ ਹੈ। ਸਿਆਲ ਸੀ, ਹੁਣ ਸੋਹਣਾ ਵੀ ਕਮਰੇ 'ਚ ਹੀ ਹੈ। ਉਹ ਅਗਲੇ ਦਿਨ ਗਿਆ, ਕਹਿੰਦਾ ਚਲੋ ਹੁਣ ਸ਼ਾਇਦ ਮਾਂ ਉਹਨਾਂ ਦੀ ਕੋਈ ਰਜਾ। ਉਹਨੂੰ ਕਹਿੰਦੇ ਹੋਰ ਕੁਝ ਹੈ, ਤੇ ਉਹ ਦੱਸਿਆ ਨਹੀਂ ਉਹਨੇ ਵੀ ਹੁਣ ਉਹਨੇ ਕੁਕੜੀਆਂ ਕਿਤੇ ਰੱਖੀਆਂ ਸਨ, ਤੇ ਨਾਲ ਗਵਾਂਢੀ ਬੈਠਾ, ਕਹਿੰਦਾ ਜੀ ਕੁਕੜੀਆਂ, ਉਹ ਕਹਿੰਦਾ ਉਹਨਾਂ ਨੂੰ ਵੀ ਉਸੇ 'ਚ ਹੀ ਤਾੜਦਾ। ਉਹ ਉਹਨੇ ਰੱਖਿਆ ਜੀ। ਫਿਰ ਅਗਲੇ ਦਿਨ ਆਇਆ, ਉਹ ਮਹਾਂਪੁਰਖ ਕਹਿੰਦੇ ਉਹ ਸਾਰਿਆਂ ਨੂੰ ਬਾਹਰ ਕੱਢ ਦੇ, ਮੱਝ ਨੂੰ, ਬੱਕਰੀ ਨੂੰ, ਕੁਕੜੀਆਂ ਜਿਹੜੀਆਂ ਰੱਖੀਆਂ। ਤੇ ਫਿਰ ਉਹ ਅਗਲੇ ਦਿਨ ਫਿਰ ਆਇਆ ਜੀ, ਉਹਨਾਂ ਨੂੰ ਬਾਹਰ ਕੱਢ ਕੇ ਫਿਰ ਰਾਤ ਸੁੱਤਾ। ਤੇ ਹੁਣ ਉਹ ਕਹਿੰਦਾ ਮਹਾਂਪੁਰਖ ਕਹਿੰਦੇ ਵੀ ਹੁਣ ਕਮਰਾ ਕਿਵੇਂ ਲੱਗਾ? ਕਹਿੰਦਾ ਜੀ ਉਹ ਪਹਿਲਾਂ ਤੇ ਬੜਾ ਔਖਾ ਸੀ, ਮੱਝ ਪੂਸਾ ਮਾਰਦੀ ਸੀ, ਬੱਕਰੀ ਉਸੇ ਸਾਰੀ ਰਾਤ। ਹੁਣ ਅੱਜ ਤੇ ਉਹ ਸਾਰੇ ਬਾਹਰ ਕੱਢਦੇ, ਅੱਜ ਤੇ ਬੜਾ ਕਮਰਾ ਖੁੱਲ੍ਹਾ। ਉਹ ਮਹਾਂਪੁਰਖ ਹੱਸ ਪਏ ਲੈ, ਕਹਿੰਦੇ ਵੀ ਤੇਰਾ ਕਮਰਾ ਖੁੱਲ੍ਹਾ ਕਰ ਦਿੱਤਾ, ਹੁਣ ਆਨੰਦ ਨਾਲ ਏਸੀ ਸੀ ਸੋਹਣੀ ਵੀ ਰੱਬ ਨੇ ਤੈਨੂੰ ਦਿੱਤਾ। ਹੁਣ ਜਿੰਨੇ ਕੁ ਜੋਗਾ ਬੰਦਾ ਹੈਗਾ ਹੁਣ ਉਹਨਾਂ ਵੀ ਕਰਨਾ ਚਾਹੀਦਾ। ਨਹੀਂ ਤੇ ਬਹੁਤ ਹਨ ਕਰਜ਼ੇ ਚੁੱਕ ਕੇ ਮਕਾਨ ਪਾਏ ਨੇ,
ਉਹ ਮਕਾਨ ਲੋਕ ਹੀ ਗੇੜੇ ਮਾਰਦੇ ਫਿਰਨ, ਚਿੰਤਾ 'ਚ ਸੌਣਾ ਵੀ ਇਹਦੇ ਦੇਣੇ ਨੇ, ਉਹ ਸੀਮੈਂਟ ਵਾਲੇ ਤੇ ਰਹਿ ਕੇ ਉਹਦੇ ਨਾਲੋਂ ਤੇ ਕਾਨਿਆਂ ਦੀ ਛੱਤ ਥੱਲੇ ਸੌਂ ਜਾਓ, ਸੁੱਖ ਦੀ ਨੀਂਦ ਤੇ ਆਏਗੀ ਨਾ। ਉਹ ਗੇੜੇ ਮਾਰਨ, ਮੇਰੇ ਬਾਪੂ ਜੀ ਨੇ ਨਾ, ਮੈਂ ਜਦੋਂ ਮਕਾਨ ਪਾਉਣਾ ਸੀ ਮੇਰੇ ਬਾਪੂ ਜੀ ਨੇ ਇੱਕ ਗੱਲ ਕਹੀ ਸੀ, ਆ ਮੇਰੇ ਰਿਸ਼ਤੇਦਾਰ ਫੁੱਫੜ ਜੀ ਬੈਠੇ, ਸਾਰਾ ਪਤਾ ਇਹਨਾਂ ਨੂੰ, ਕਹਿੰਦੇ ਬੇਟਾ ਕਿਸੇ ਰਿਸ਼ਤੇਦਾਰ ਤੋਂ ਪੈਸਾ ਫੜ ਕੇ ਨਹੀਂ ਆਪਾਂ ਲਾਉਣਾ, ਜਿੰਨੇ ਕੁ ਹੈਗੇ ਨਾ ਉਨੇ ਕੀ ਲਾਉਣੇ ਆ। ਬੜੀ ਵਧੀਆ ਉਹਨਾਂ ਦੀ ਗੱਲ ਸੀ ਵੀ ਉਸ ਮਕਾਨ 'ਚ ਨੀਂਦ ਵੀ ਕਾਹਦੀ ਆਉਣੀ ਆ, ਵੀ ਗੇੜੇ ਮਾਰਨ ਵਾਲੇ ਖੜੇ ਹੋਣ ਵੀ ਭਾਈ ਆ ਸੀਮੈਂਟ ਵਾਲਾ ਆ ਜਾਏ ਵੀ ਤੁਹਾਡੇ ਪੈਸੇ ਨਹੀਂ ਆਏ ਜੀ, ਉਹ ਆ ਜਾਏ ਉਹ ਆਏ, ਫਿਰ ਉਹ ਮਕਾਨ ਦਾ ਵੀ ਕੀ ਕਰਨਾ। ਉਹ ਛਾਤੀ ਚਾਹੀਦੀ ਹੈ, ਕਾਨਿਆਂ ਦੀ ਸਿਰਕੀਆਂ ਦੀਆਂ ਛੱਤਾਂ ਹੁੰਦੀਆਂ ਸਨ, ਬੜਾ ਵਧੀਆ ਸੀ ਉਹ, ਠੰਡੇ ਕਮਰੇ ਹੁੰਦੇ ਸਨ। ਹੁਣ ਤੇ ਪੱਥਰਾਂ 'ਚ ਸੱਤ ਜਾਣੇ 100 ਦੇ ਵਿੱਚੋਂ 30 ਬੰਦਿਆਂ ਦੀਆਂ ਲੱਤਾਂ ਪੱਥਰਾਂ ਤੋਂ ਤਿਲਕੇ ਟੁੱਟੀਆਂ ਹੋਈਆਂ, ਕਿਸੇ ਦਾ ਚੂਕਣਾ ਟੁੱਟ ਗਿਆ, ਕਿਸੇ ਤੋਂ ਉਹ ਸਹੂਲਤਾਂ ਉਹਦੇ ਨਾਲ ਕੱਚੇ ਵਧੀਆ ਸਨ, ਨਾਲੇ ਠੰਡੀ ਥਾਂ ਹੁੰਦੀ ਸੀ, ਪਾਣੀ ਤਰੁੰਕਿਆ। ਮਹਾਰਾਜ ਜਿਹੜੇ ਕਮਰੇ 'ਚ ਰਹਿੰਦੇ ਪਾਣੀ ਤਰੁੰਕਦੇ ਹੁੰਦੇ ਸਨ। ਹੁਣ ਕਈਆਂ ਦੇ ਫਰਸ਼ ਤੋਂ ਤਿਲਕ ਕੇ ਚੂਕਨੇ ਟੁੱਟੇ ਹੋਏ, ਵੀ ਲੋਕਾਂ ਨੂੰ ਵਿਖਾਓ ਚੰਗਾ ਪੱਥਰ ਲੱਗਾ ਹੋਇਆ, ਵੈਸੇ ਭਾਵੇਂ ਹੱਡ ਪੈਰ ਟੁੱਟ ਜਾਣ। ਮਹਾਰਾਜ ਕਹਿੰਦੇ ਹੈ ਜਿਹਨੇ ਸਹੂਲਤਾਂ ਦਿੱਤੀਆਂ ਉਹਨੂੰ ਚੇਤੇ ਰੱਖ, ਜਿਹੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਸਦਾ ਹੀ ਮਨ ਅੰਦਰ। ਜਿਹਨੇ ਸਹੂਲਤਾਂ ਦਿੱਤੀਆਂ, ਜਿਹਨੇ ਮਕਾਨ ਦਿੱਤਾ ਹੈ, ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ। ਪਰਿਵਾਰ ਹੈ ਨਾ ਸਾਡਾ, ਬੱਚੇ ਕਿੰਨਾ ਆਨੰਦ, ਕੋਈ ਕਿਤੇੋਂ ਆਇਆ ਕੋਈ ਕਿਤੇੋਂ, ਸ਼ਾਮ ਨੂੰ ਬੱਚਿਆਂ 'ਚ ਬੈਠੇ ਤੇ ਕਿੰਨਾ ਉਹ ਵਧੀਆ ਰਿਲੈਕਸ ਬੰਦਾ ਮਹਿਸੂਸ ਕਰਦਾ ਹੈ। ਬੱਚਿਆਂ 'ਚ ਬੈਠੇ ਉਹ ਵੇਖ ਰਿਹਾ, ਬਾਣੀ ਪੜ੍ਹ ਰਿਹਾ, ਕੋਈ ਟੀ ਵੀ ਵੇਖ ਰਿਹਾ, ਕੋਈ। ਮਹਾਰਾਜ ਕਹਿੰਦੇ ਆ ਜਿਹੜਾ ਸਾਰਾ ਪਰਿਵਾਰ ਤੇ ਉਹਨੂੰ ਦਿੱਤਾ, ਉਹਨੇ ਸੋਹਣਾ ਪਰਿਵਾਰ, ਉਹਦਾ ਸ਼ੁਕਰਾਨਾ ਕਰਿਆ ਕਰ। ਆਪਣੇ ਧੀ ਦੇ ਮੂੰਹ ਵੱਲ ਵੇਖ ਕੇ ਰੱਬ ਦਾ ਸ਼ੁਕਰਾਨਾ ਕਰਿਆ ਕਰ, ਕਿੰਨੀ ਸਿਆਣੀ ਬੇਟੀ ਦਿੱਤੀ ਹੈ ਰੱਬ ਨੇ। ਇਹ ਮੇਰੀ ਬੱਚੀ ਨਾ ਹੁੰਦੀ ਤੇ ਮਾਂ ਬਾਪ ਤੋਂ ਮੈਂ, ਇਹ ਮੇਰਾ ਪੁੱਤ ਨਾ ਹੁੰਦਾ, ਇਹ ਪਰਿਵਾਰ ਮੈਨੂੰ ਨਾ ਮਿਲਦਾ, ਫਿਰ ਮੈਂ। ਉਹ ਸਾਨੂੰ ਹਰੇਕ ਗੱਲ ਦੇ ਦਾਸ ਨੇ ਕਈ ਵਾਰੀ ਬੇਨਤੀ ਕੀਤੀ ਹੈ, ਰੱਬ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ, ਤੁਹਾਨੂੰ ਰੱਬ ਦੀ ਇੱਕ ਦਿਨ ਪ੍ਰਾਪਤੀ ਹੋ ਜਾਏਗੀ। ਰੱਬ ਨੇ ਜੋ ਕੁਝ ਦਿੱਤਾ ਇਹਨਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ। ਸਪੈਸ਼ਲ ਰੱਬ ਨੂੰ ਜਪਣ ਦੀ ਲੋੜ ਨਹੀਂ ਹੈ, ਤੁਹਾਨੂੰ ਰੱਬ ਦੀ ਪ੍ਰਾਪਤੀ ਹੋ ਕੇ ਅਸੀਂ ਸ਼ੁਕਰਾਨਾ ਕਰਦੇ ਹੀ ਨਹੀਂ, ਅਸੀਂ ਕਿਰਤ ਕਰਨਾ ਹੈ। ਮਹਾਰਾਜ ਨੂੰ ਫਿਰ ਚੇਤਾ ਕਰਾਉਣਾ ਪੈਂਦਾ, ਸਾਰਾ ਕੁਝ ਉਹਨੇ ਦਿੱਤਾ, ਚੇਤੇ ਕਿਉਂ ਨਹੀਂ ਕਰਦਾ ਉਹਨੂੰ ਵੀ। ਆਪਣੇ ਪਰਿਵਾਰ 'ਚ ਰਹਿਣਾ ਹੈ, ਸੁਖੀ ਵਸਦਾ ਹੈ, ਸੰਗ ਸੁਖ ਬਸਣਾ, 8 ਪਹਿਰ ਸਿਮਰੋ। ਮਹਾਰਾਜ ਕਹਿੰਦੇ 8 ਪਹਿਰ ਉਹਨੂੰ ਸਿਮਰ, ਤਿਸ ਰਸਨਾ, ਆਪਣੀ ਰਸਨਾ ਤੂੰ ਸਿਮਰਿਆ ਕਰ। ਜੇ ਪ੍ਰਸਾਦ ਰੰਗ ਰਸ ਭੋਗ, ਰੰਗ ਰਸ ਭੋਗ ਭੋਗਦਾ ਖਾਨਾ, ਉਹ 36 ਪ੍ਰਕਾਰ ਵਾਲੀ ਇਹ ਫਿਰ ਬਚਨ ਆ ਗਏ ਵੀ ਰਸ ਭੋਗਦਾ, ਆਨੰਦ ਮਾਣਦਾ। ਮਹਾਰਾਜ ਕਹਿੰਦੇ ਨਾਨਕ ਸਦਾ ਧਿਆਈਏ ਧਿਆਵਨ ਯੋਗ, ਉਹ ਧਿਆਉਣ ਯੋਗ ਹੈ, ਉਹਨੂੰ ਧਿਆਉਣਾ ਚਾਹੀਦਾ ਹੈ। ਮਹਾਰਾਜ ਨੇ ਇਸ ਸ਼ਬਦ 'ਚ ਬਹੁਤ ਬਖਸ਼ਿਸ਼ ਵਰਤਾਈ। ਕਿਹੜੀ ਦਾਤ ਜਿਹੜੀ ਮਹਾਰਾਜ ਨੇ ਚੇਤੇ ਨਹੀਂ ਕਰਵਾਈ ਹੈ। ਅਸ਼ਟਪਦੀ ਸਾਰੀ ਆਪ ਜੀ ਸੁਖਮਨੀ ਸਾਹਿਬ ਦੀ ਬਾਣੀ ਬਹੁਤ ਪੜ੍ਹਦੇ ਹੋ, ਹਾਂ ਇਹਨੂੰ ਵਿਚਾਰਨ ਦੀ ਵੀ ਜ਼ਰੂਰਤ ਹੈ। ਮਹਾਰਾਜ ਨੇ ਇਹੀ ਤੇ ਅੱਜ ਬਚਨ ਕਹੇ ਹੈ ਵੀ ਜਿਨ ਕੀਤੋ ਸੋ ਵਿਸਰੇ, ਜਿਹਨੇ ਤੈਨੂੰ ਪੈਦਾ ਕੀਤਾ ਬੰਦਿਆ ਉਹਨੂੰ ਹੀ ਤੂੰ ਭੁੱਲ ਗਿਆ। ਜਨਮ ਬਿਰਥਾ ਤਾਂ ਜਾਂਦਾ ਹੈ। ਅਗਲਾ ਬਚਨ ਜਿਹੜਾ ਬਣਦਾ, ਮਹਾਰਾਜ ਕਹਿੰਦੇ ਸੋਰਠ ਸੋ ਰਸ ਬੀਜੀਐ। ਸੋਰਠ ਇੱਕ ਰਾਗਣੀ ਹੈ। ਆਪ ਜੀਆਂ ਨੇ ਬਹੁਤੇ ਹੁਕਮਨਾਮਾ ਸਾਹਿਬ ਜਿਹੜੇ ਨੇ ਸੋਰਠ ਰਾਗ 'ਚੋਂ ਆਉਂਦੇ ਆ। ਜ਼ਰੂਰੀ ਨਹੀਂ ਸੋਰਠ ਰਾਗ 'ਚੋਂ ਹੁਕਮਨਾਮਾ ਸਾਹਿਬ ਅੱਗੋਂ ਪਿੱਛੋਂ ਵੀ ਆ ਜਾਂਦੇ, ਪਰ ਬਹੁਤੇ ਤੁਹਾਨੂੰ ਸੋਰਠ ਰਾਗ 'ਚੋਂ ਮਿਲਣਗੇ। ਰਾਗ ਦੇ ਅਰਥ ਦਾਸ ਨੇ ਅੱਗੇ ਕੀਤੇ ਹੈ। ਰਾਗ ਦਾ ਅਰਥ ਪ੍ਰੇਮ ਵੀ ਹੈ, ਨਾਮ ਵੀ ਹੈ ਤੇ ਰਾਗ ਵੀ ਹੈ। ਸੋਠ ਰਾਗ ਭਲਾ ਹੈ, ਜੇ ਉਹਦੇ ਰਾਹੀਂ ਸਾਨੂੰ ਰਸ ਮਿਲਦਾ, ਰਸ ਨਾਮ ਦੇ ਵਿੱਚੋਂ ਆ ਰਿਹਾ। ਸੋਰਠ ਸੋ ਰਸ ਪੀਜੀ ਹੈ। ਸੋਰਠ ਪ੍ਰੇਮ ਦੇ ਨਾਲ ਉਸ ਰਸ ਨੂੰ ਚੱਖੋ ਜਿਹੜਾ ਕਬਹੂ ਨਾ ਫੀਕਾ ਹੋਵੇ, ਜਿਹੜਾ ਕਦੀ ਫਿੱਕਾ ਨਹੀਂ ਹੁੰਦਾ। ਬਿਖੇ ਮਨ ਫੀਕਾ ਤਿਆਗ ਨਹੀਂ ਸਕੀਏ, ਨਾਮ ਮਹਾਰਸ ਪੀਓ। ਨਾਮ ਹੀ ਮਹਾਰਸ ਹੈ। ਹੋਰ ਜਿਹੜੀ ਚੀਜ਼ ਅੱਜ ਸਾਨੂੰ ਚੰਗੀ ਲੱਗਦੀ ਨਾ, ਚੰਗੀ ਕਿਸੇ ਨੂੰ ਕੋਈ ਡਿਸ਼ ਚੰਗੀ ਲੱਗਦੀ, ਕਿਸੇ ਨੂੰ ਕੁਝ, ਉਹਨੂੰ ਜ਼ਿਆਦਾ ਹੀ ਖਾ ਲਓ ਇੱਕ ਦੋ ਵਾਰੀ, ਤੁਹਾਡਾ ਮਨ ਚੱਲ ਜਾਏਗਾ, ਤੁਹਾਡਾ ਖਾਣ ਨੂੰ ਦਿਲ ਨਹੀਂ ਕਰੇਗਾ, ਤੁਹਾਡਾ ਮਨ ਚੱਲ ਜਾਏਗਾ ਉਸ ਚੀਜ਼ ਤੋਂ, ਜਦੋਂ ਤੁਸੀਂ ਜ਼ਿਆਦਾ ਹੀ ਉਹਨੂੰ ਖਾ ਲੈਂਦੇ ਹੋ। ਨਾਮ ਇੱਕ ਇਹੋ ਜਿਹਾ ਰਸ ਹੈ, ਬਾਣੀ 'ਚ ਇੱਕ ਇਹੋ ਜਿਹਾ ਰਸ ਹੈ, ਜਿੰਨਾ ਜ਼ਿਆਦਾ ਪੜੋਗੇ ਤੁਹਾਨੂੰ ਓਨਾ ਹੀ ਰਸ ਇਹਨੇ ਦੇਣਾ, ਓਨਾ ਹੀ ਰਸ। ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਕੌੜੀਆਂ ਹੁੰਦੀਆਂ, ਉਹ ਬਾਅਦ ਸਾਨੂੰ ਮਿੱਠੀਆਂ ਲੱਗਣ ਲੱਗ ਪੈਂਦੀਆਂ। ਨਾਮ ਸ਼ੁਰੂ ਤੋਂ ਹੀ ਮਿੱਠਾ ਹੈ। ਜਿਵੇਂ ਮੰਨ ਲਓ ਹੁਣ ਮੈਨੂੰ ਇੱਕ ਸੱਜਣ ਮਿਲਿਆ, ਕਹਿੰਦੇ ਜੀ ਤੁਸੀਂ ਕੱਚੇ ਔਲੇ ਖਾਇਆ ਕਰੋ। ਔਲੇ
ਉਹ ਮੈਂ ਕਿਹਾ ਚਲੋ ਇੱਕ ਦਿਨ ਖਾ ਕੇ ਮੈਨੂੰ ਕੱਚਾ ਔਲਾ ਉਹ ਅੰਦਰ ਹੀ ਨਹੀਂ ਲੱਗਿਆ। ਉਹ ਕਹਿੰਦਾ ਨਹੀਂ 5-7 ਦਿਨ ਤੁਹਾਨੂੰ ਮਹਿਸੂਸ ਹੋਏਗਾ, ਫਿਰ ਇਹੀ ਮਿੱਠਾ ਲੱਗੇਗਾ। ਕਹਿਣ ਦਾ ਭਾਵ ਵੀ ਕੌੜੀ ਚੀਜ਼ ਖਾਂਦਿਆਂ ਫਿਰ ਮਿੱਠੀ ਲੱਗਣ ਲੱਗ ਪੈਂਦੀ ਹੈ। ਨਾਮ ਤੇ ਹੈ ਹੀ ਮਿੱਠਾ, ਇਹਦੇ 'ਚ ਰਸ ਵੱਧਦਾ ਹੈ। ਜਿੰਨਾ ਹੋਰ ਅਸੀਂ ਇਹਨੂੰ ਜਪਾਂਗੇ ਰਸ ਵਧੇਗਾ, ਇਹਦੇ 'ਚੋਂ ਘਟਦਾ ਨਹੀਂ। ਬਾਣੀ 'ਚ ਤੇ ਨਾਮ 'ਚ ਇੰਨਾ ਕੁ ਰਸ ਹੈ। ਜਪਜੀ ਸਾਹਿਬ ਅਸੀਂ ਸ਼ੁਰੂ 'ਚ ਪੜ੍ਹਨ ਲੱਗੇ, ਸ਼ਾਇਦ ਸਾਨੂੰ ਉਹਨਾਂ ਰਸ ਨਹੀਂ ਹੈ, ਜ਼ੁਬਾਨ ਵੀ ਅੜੀ ਸੋਝੀ ਨਹੀਂ, ਰਸ ਨਹੀਂ ਹੈ। ਹੁਣ ਕਿਤੇ ਤੁਸੀਂ ਪੜ੍ਹਿਓ ਸੁਰਤ ਕਰਕੇ ਨਹੀਂ ਜੁੜਦਾ ਮਨ, ਫਿਰ ਰਸ ਵੀ ਨਹੀਂ ਹੈ। ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਰਸ ਲੈ ਕੇ ਅਸੀਂ ਛਕਦੇ ਹਾਂ, ਕਈਆਂ ਚੀਜ਼ਾਂ ਨਾਲ ਵੈਸੇ ਅਸੀਂ ਪੇਟ ਭਰਨਾ ਹੁੰਦਾ ਹੈ। ਮਹਾਰਾਜ ਕਹਿੰਦੇ ਬਾਣੀ ਤੇ ਰਸ ਲੈ ਕੇ ਪੜ੍ਹਨੀ ਹੈ, ਨਾਮ ਤੇ ਰਸ ਲੈ ਕੇ ਜਪਣਾ ਹੈ। ਬਾਬਾ ਫਰੀਦ ਜੀ ਦੇ ਬੋਲ ਮੈਂ ਵਾਰ-ਵਾਰ ਦ੍ਰਿੜ ਕਰਾਉਣਾ, ਪਦਾਰਥਾਂ 'ਚ ਰਸ ਨਹੀਂ ਹੈ। ਜਿਹਨੇ ਅੱਜ ਅੰਮ੍ਰਿਤ ਨਹੀਂ ਛਕਿਆ ਨਾ, ਉਹ ਸ਼ਰਾਬ ਦਾ ਆਦੀ ਹੈ, ਹੋਰ ਮਾਸ ਖਾਂਦਾ, ਹੋਰ ਕੁਝ ਖਾਂਦਾ, ਉਹਨੂੰ ਐਂ ਲੱਗਦਾ ਵੀ ਇਹ ਨਹੀਂ, ਇਹ ਜੇ ਇੱਧਰ ਮੈਂ ਜੁੜ ਗਿਆ ਇਹ ਛੱਡਣਾ ਪਏਗਾ। ਸੱਚ ਜਾਣਿਓ, ਜਿੱਦਣ ਜੁੜ ਜਾਂਦਾ ਨਾ ਬਾਣੀ ਨਾਲ, ਨਾਮ ਨਾਲ, ਉਹ ਆਪਣੇ ਆਪ ਨੂੰ ਕੋਸੇਗਾ ਜ਼ਰੂਰ, ਕਹਿਣ ਲੱਗਾ ਆਹ ਰਸ ਤੇ ਇੰਨਾ ਚਿਰ ਮੈਂ ਛੱਡੀ ਰੱਖਿਆ। ਉਸ ਸਮੇਂ ਉਹਨੂੰ ਐਂ ਹੁੰਦਾ ਵੀ ਇਹ ਛੱਡ ਦਿੱਤਾ ਸ਼ਾਇਦ। ਉਹ ਕਈ ਵਾਰੀ ਨਾ ਬਹੁਤੇ ਸਰੀਰ ਐਂ ਹੁੰਦੇ ਆ ਜਿਹੜੇ ਖਾਣ ਪੀਣ ਵਾਲੇ, ਉਹ ਸਾਡੇ ਵਰਗਿਆਂ ਨੂੰ ਕਹਿੰਦੇ ਵੀ ਇਹਨਾਂ ਦਾ ਵੀ ਕੋਈ ਜੀਵਨ ਹੈ। ਉਹ ਬੰਦੇ ਨੂੰ ਇਹ ਗੱਲ ਹੁੰਦੀ ਹੈ ਵੀ ਇਹ ਕੁਝ ਖਾਂਦੇ ਪੀਂਦੇ ਨਹੀਂ, ਰਹਿਤ ਬਹਿਤ, ਇਹਨਾਂ ਦਾ ਵੀ ਕੋਈ ਜੀਵਨ ਹੈ। ਅਸਲ ਦੇ ਅੰਦਰ ਜਿਹੜੇ ਜਪਦੇ ਨੇ, ਰਹਿਤ ਬਹਿਤ ਵਿੱਚ ਰਹਿਣ ਵਾਲੇ ਨੇ, ਉਹਨਾਂ ਨੂੰ ਐਂ ਲੱਗਦਾ ਇਹਨਾਂ ਦਾ ਕੋਈ ਜੀਵਨ ਨਹੀਂ ਹੈ ਜਿਹੜੇ ਆਹ ਕੁਝ ਕਰਦੇ ਆ। ਮਹਾਰਾਜ ਕਹਿੰਦੇ ਆ ਜਦੋਂ ਉਹ ਰਸ ਆ ਜਾਂਦਾ, ਇਹ ਰਸ ਫਿੱਕੇ ਲੱਗਣ ਲੱਗ ਪੈਂਦੇ। ਜਿੰਨਾ ਚਿਰ ਉਹ ਰਸ ਕਿਸੇ ਨੇ ਚੱਖਿਆ ਹੀ ਨਹੀਂ ਹੈ, ਉਹਨਾਂ ਚਿਰ ਇਹ ਰਸ ਮਿੱਠੇ ਲੱਗਣਗੇ। ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਅੱਜ ਕੋਈ ਨਸ਼ਾ ਕਰਦਾ ਹੋਏਗਾ ਸ਼ਾਇਦ ਵੀ ਇਹਦੇ 'ਚੋਂ ਬੜਾ ਰਸ, ਉਹ ਕੌੜੀ ਸ਼ਰਾਬ 'ਚੋਂ ਵੀ ਉਹ ਹੁਲਾਰੇ ਲੈਣੇ ਚਾਹੁੰਦਾ। ਜਿੱਦਾਂ ਨਾਮ 'ਚ ਰਸ ਆ ਜਾਂਦਾ, ਉਹ ਕਹੇਗਾ ਮੈਂ ਜ਼ਹਿਰ ਪੀਂਦਾ ਰਿਹਾ ਸਾਰੀ ਜ਼ਿੰਦਗੀ। ਉਹ ਨਹੀਂ ਸੀ ਕਰਨਾ ਚਾਹੀਦਾ, ਜੋ ਮੈਂ ਕਰ ਚੁੱਕਿਆ ਉਹ ਨਹੀਂ ਸੀ ਮੈਨੂੰ ਕਰਨਾ ਚਾਹੀਦਾ। ਉਸ ਸਮੇਂ ਉਸ 'ਚੋਂ ਰਸ ਆ ਰਿਹਾ ਸੀ, ਹੁਣ ਨਾਮ 'ਚੋਂ ਬਾਣੀ 'ਚੋਂ ਰਸ ਆਉਣ ਲੱਗਾ। ਹੁਣ ਉਹ ਵਿਖੇ ਮਨ ਫੀਕਾ ਤਿਆਗ ਨਹੀਂ ਸਕੀਏ, ਇਹ ਸਕੀਓ ਫੀਕੇ ਜਿਹੜੇ ਰਸ ਨੇ ਉਹਨਾਂ ਦਾ ਤਿਆਗ ਕਰ। ਨਾਮ ਮਹਾ ਰਸ ਪੀਓ, ਨਾਮ 'ਚੋਂ ਰਸ ਚੱਖ। ਉਹ ਰਸ ਆਵਾ ਜਦ ਨਾਮ 'ਚੋਂ ਰਸ ਆ ਗਿਆ, ਬੰਦਗੀ 'ਚੋਂ ਇਹ ਰਸ ਨਹੀਂ ਭਾਵਾ। ਫਿਰ ਇਹ ਰਸ ਨੇ ਦੱਸੋ ਮਹਾਂਪੁਰਖਾਂ ਨੇ ਕਿੰਨੇ ਕੁ ਉਹ ਤੇ ਜੰਗਲ 'ਚ ਜਿੱਥੇ ਵੀ ਜਾਂਦੇ ਸਨ, ਸਾਡੇ ਤੇ ਗੁਰੂ ਸਾਹਿਬਾਨਾਂ ਨੇ ਅੱਕ ਦੀਆਂ ਉਹ ਪੰਖੜੀਆਂ, ਉਹ ਜਿਹੜੀਆਂ ਉਹ ਬਣੀਆਂ ਹੁੰਦੀਆਂ, ਉਹ ਵੀ ਤੋੜ ਕੇ ਖਾਧੀਆਂ। ਉਹ ਇਹ ਸਾਡੇ ਕੋਲ ਪ੍ਰਮਾਣਿਤ ਹੈ। ਸਤਿਗੁਰੂ ਰੋੜਾ ਤੇ ਵੀ ਸੁੱਤੇ ਹੈ। ਸਤਿਗੁਰਾਂ ਨੇ ਜਿੱਥੇ ਵੀ ਜਾਂਦੇ ਹੈ। ਹੁਣ ਜੇ 10ਵੇਂ ਪਾਤਸ਼ਾਹ ਦੇ ਜੀਵਨ 'ਚ ਜਦੋਂ ਘੇਰਾ ਪਿਆ ਰਿਹਾ, ਸਿੱਖਾਂ ਨੇ ਮਸਾਂ ਗੁਜ਼ਾਰਾ ਕੀਤਾ। ਸੱਕ ਲਾ ਕੇ ਉਹ ਬਾਲ ਕੇ ਪੀਣੇ ਪਏ, ਦਰਖਤਾਂ ਦੇ ਪੱਤੇ ਖਾਣੇ ਪਏ, ਬਹੁਤ ਕੁਝ। ਮਹਾਰਾਜ ਕਹਿੰਦੇ ਹੈ ਵੀ ਨਾਮ 'ਚੋਂ ਹੀ ਸਾਨੂੰ ਰਸ ਲੈਣਾ ਚਾਹੀਦਾ ਹੈ, ਹੋਰ ਤੇ ਰਸ ਸਾਡੀ ਜ਼ੁਬਾਨ ਨੂੰ ਲੱਗੇ ਨੇ। ਮਹਾਰਾਜ ਕਹਿੰਦੇ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਰਵਾਸ, ਰਸ ਸੇਜਾ ਰਸ ਘੋੜੇ ਮੰਦਰ, ਰਸ ਮਿੱਠਾ ਰਸ ਮਾਸ। ਪਰ ਇੱਥੇ ਮਹਾਰਾਜ ਕਹਿੰਦੇ ਸੋਰਠ ਸੋ ਰਸ ਪੀਜੀ ਹੈ। ਪ੍ਰੇਮ ਦੇ ਨਾਲ ਉਸ ਰਸ ਨੂੰ ਪੀ, ਬੰਦਗੀ 'ਚੋਂ ਰਸ ਆਏਗਾ। ਕਬਹੂ ਨਾ ਫੀਕਾ ਹੋਏ, ਇਹ ਰਸ ਕਦੇ ਫਿੱਕਾ ਨਹੀਂ ਹੋਏਗਾ। ਮੀਠੇ ਹਾਰ ਗੁਣ ਗਾਓ ਜਿੰਦੂ ਤੂੰ, ਮੀਠੇ ਹਾਰ ਗੁਣ ਗਾਓ ਸੱਚੇ ਸੇਤੀ ਰਤਿਆ, ਮਿਲਿਆ ਨਿਥਾਵੇ ਥਾਓ। ਹੋਰ ਸਾਧ ਸਭ ਫਿੱਕਿਆ, ਤਨ ਮਨ ਫਿੱਕਾ ਹੋਏ। ਆ ਫਿੱਕੇ ਸਾਧ ਨਾਲ ਤੇਰਾ ਤਨ ਮਨ ਵੀ ਜਿਹੋ ਜਿਹਾ ਬੰਦਾ ਖਾਂਦਾ ਉਹੋ ਜਿਹਾ ਹੋ ਜਾਂਦਾ ਹੈ। ਖਾਣਾ ਤੇ ਪੀਣਾ ਸਾਡੇ ਤੇ ਬੜਾ ਅਸਰ ਕਰਦਾ ਹੈ। ਮਹਾਰਾਜ ਕਹਿੰਦੇ ਹੋਰ ਤਨ ਮਨ ਫਿੱਕਾ ਕਰ ਦਿੰਦੇ, ਫਿੱਕੇ ਸਾਧ ਜਿਹੜੇ ਨਾ ਤਨ ਮਨ ਫਿੱਕਾ ਕਰ ਦਿੰਦੇ। ਮਹਾਰਾਜ ਕਹਿੰਦੇ ਕਬਹੂ ਨਾ ਫੀਕਾ ਹੋਏ, ਇਹ ਨਾਮ ਰੰਗ ਰਸ ਜਿਹੜਾ ਕਦੀ ਫਿੱਕਾ ਨਹੀਂ ਪਏਗਾ। ਨਾਨਕ ਰਾਮ ਨਾਮ ਗੁਣ ਗਾਈਐ, ਮਹਾਰਾਜ ਕਹਿੰਦੇ ਨਾਨਕ ਰਾਮ ਦੇ ਨਾਮ ਦੇ ਗੁਣ ਗਾ। ਚਲੋ ਨਾਮ ਕਹਿ ਲਓ, ਰਾਮ ਦਾ ਨਾਮ ਕਹਿ ਲਓ, ਇਹਦਾ ਅਰਥ ਕੀ ਹੈ? ਰਾਮ ਦਾ ਅਰਥ ਰਮਿਆ ਹੋਇਆ। ਗੁਣ ਗਾਈਐ, ਗੁਣ ਗਾਇਆ ਕਰੋ ਭਾਈ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜ੍ਹੀ ਬਾਤ ਗੁਮਾਨ।
ਮਹਾਰਾਜ ਕਹਿੰਦੇ ਨਾਨਕ ਰਾਮ ਨਾਮ ਗੁਣ ਗਾਈਏ ਦਰਗਹਿ ਨਿਰਮਲ ਸੋਏ। ਕਹਿੰਦੇ ਦਰਗਾਹ 'ਚ ਨਾ ਨਿਰਮਲ ਸੋਏ, ਤੇਰੀ ਆਤਮਾ ਨਿਰਮਲ ਹੋ ਜਾਏਗੀ। ਉਹ ਪਵਿੱਤਰ ਆਤਮਾ ਹੀ ਰੱਬ ਦੇ ਘਰ ਪ੍ਰਵਾਨ ਹੋਏਗੀ ਜੀ। ਜੇ ਆਤਮਾ ਹੀ ਮੈਲੀ ਹੈ, ਰੱਬ ਉਹਨੂੰ ਪ੍ਰਵਾਨ ਕਿਵੇਂ ਕਰੇਗਾ? ਤੁਸੀਂ ਕੱਪੜੇ ਪਾਉਣ ਲੱਗੇ ਨਾ ਘਰੇ, ਕੱਪੜੇ ਤੇ ਦਾਗ ਲੱਗਾ ਹੋਵੇ, ਕੱਪੜਾ ਨਹੀਂ ਤੁਹਾਨੂੰ ਪ੍ਰਵਾਨ। ਕਹਿੰਦੇ ਨਹੀਂ, ਇਹ ਦਾਗ ਲੱਗਾ ਹੈ। ਇੱਕ ਨਿੱਕਾ ਜਿਹਾ ਦਾਗ ਲੱਗਾ, ਉਹ ਕੱਪੜਾ ਰਿਜੈਕਟ ਕਰਦੇ ਨੇ, ਤੁਸੀਂ ਕਦੇ ਵੀ ਨਹੀਂ ਪਾਉਂਦੇ ਹੋਗੇ ਇਹਨੂੰ ਦਾਗ ਲੱਗਾ ਸੀ ਜੀ, ਨਹੀਂ। ਤੇ ਜਿੱਥੇ ਦਾਗ ਲੱਗਾ ਧਿਆਨ ਰਹਿੰਦਾ, ਫਿਰ ਦਾਗੀ ਆਤਮਾ ਨੂੰ ਰੱਬ ਕਿਵੇਂ ਪ੍ਰਵਾਨ ਕਰੇਗਾ ਵੀ? ਇੱਥੇ ਤੇ ਇੱਕ ਦਾਗ ਨਹੀਂ ਲੱਗਾ, ਇੱਥੇ ਤੇ ਜਨਮ ਜਨਮ ਕੀ ਇਸ ਮਨ ਕੋ ਮਲ ਦਾਗੀ ਕਾਲਾ ਹੋਆ, ਸਿਰ ਤੇ ਕਾਲਾ ਸ਼ਾਹ ਹੀ ਪੈਰ ਨਾਲ ਹੋਇਆ ਪਿਆ, ਕਿਵੇਂ ਪ੍ਰਵਾਨ ਹੋਏਗਾ ਫਿਰ ਵੀ? ਇਹ ਤੇ ਧੋੜਾ ਇੱਥੇ ਆਣ ਕੇ ਧੋੜਾ ਪਏਗਾ ਅੰਦਰ ਨੂੰ। ਜਿਹੜਾ ਮੈਲ ਨਾਲ ਭਰਿਆ ਉਹਨੂੰ ਸ਼ਬਦ ਨਾਲ ਮੱਜਣਾ ਪਏਗਾ। ਕੱਪੜਾ ਮੈਲਾ 2-4 ਵਾਰੀ, ਉਹ ਕਈ ਵਾਰੀ ਉਹ ਬੀਬੀਆਂ ਭੈਣਾਂ 3-3 ਦਿਨ ਪਾਣੀ 'ਚ ਭਿਓ ਕੇ ਰੱਖਦੀਆਂ, ਕੈਮੀਕਲ ਪਾਈ ਜਾਂਦੀਆਂ ਵੀ ਇਹ ਕੱਪੜਾ ਸਹੀ ਮੈਲ ਦੂਰ ਹੋਏਗੀ। ਤੇ ਅਸੀਂ ਕਦੇ 3-4 ਦਿਨ ਪਾਣੀ 'ਚ ਡੁੱਬੇ ਰਹੇ ਵੀ ਅੰਦਰ ਸਾਫ਼ ਕਰਨਾ ਹੈ। ਕੱਪੜਾ ਤੇ ਡੁਬੋਈ ਰੱਖਿਆ 3-4 ਦਿਨ ਪਾਣੀ 'ਚ, ਕਦੇ ਲਗਾਤਾਰ 3-4 ਦਿਨ ਸਹਿਜ ਪਾਸ 'ਚ ਡੁੱਬੇ ਰਹੇ, ਸ਼ਬਦ 'ਚ ਡੁੱਬੇ ਹੈ, ਸਿਮਰਨ 'ਚ ਡੁੱਬੇ ਹੈ ਵੀ ਆਤਮਾ ਮੈਲੀ ਬੜੀ ਹੈ। ਜਲਦੀ ਇਹਨੂੰ ਇਹ ਸਾਰੇ ਜਿਹੜੇ ਦਾਗ ਨੇ ਧੋ ਦੇਣੇ ਹੈ। ਨਾਮ ਦਾ ਰੰਗ ਚੜ੍ਹਦੇ, ਰੰਗ ਚੜਾਉਣ ਵਾਲਾ ਵੀ ਕੱਪੜੇ ਨੂੰ ਕਾਫੀ ਚਿਰ ਡੋਬੀ ਰੱਖਦਾ ਹੈ ਉਹ ਗਰਮ ਪਾਣੀ ਦੇ ਅੰਦਰ, ਫਿਰ ਰੰਗ ਪੱਕਾ ਚੜ੍ਹਦਾ ਹੈ। ਕਦੇ ਆਪਣੇ ਆਪ ਨੂੰ ਡੋਬਿਆ ਨਾਮ 'ਚ ਸੀ ਵੀ ਆਤਮਾ ਮੈਲੀ ਹੈ, ਨਾਮ ਦਾ ਰੰਗ ਚੜ੍ਹਦੇ ਦਾਗ ਲੱਗ ਜਾਣ, ਲਾਲ ਰੰਗ ਚੜ੍ਹਦੇ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੰਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ, ਉਹ ਦਾਗ ਮਿਟ ਜਾਣ। ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਨ ਲਈਏ, ਉਹ ਧੋਏ ਭਰੀਐ ਮਤ ਪਾਪਾਂ ਕਹਿ ਸੰਗ, ਉਹ ਧੂਪੈ ਨਾਵੇ ਕਹਿ ਰੰਗ। ਨਾਮ ਦੇ ਰੰਗ ਨਾਲ ਕਦੇ ਅੰਦਰ ਨੂੰ ਧੋਣ ਦਾ ਯਤਨ ਕੀਤਾ ਹੈ। ਮਹਾਰਾਜ ਕਹਿੰਦੇ ਨਾਨਕ ਰਾਮ ਨਾਮ ਗੁਣ ਗਾਈਏ ਦਰਗਹਿ ਨਿਰਮਲ ਸੋਏ। ਦਰਗਾਹ 'ਚ ਨਿਰਮਲ ਆਤਮਾ ਪ੍ਰਵਾਨ ਹੁੰਦੀ ਹੈ। ਦੱਸ ਫਿਰ ਬੇਨਤੀ ਕਰਦੇ, ਜਨਮ ਲੈ ਕੇ ਆਏ ਸਾ ਆਤਮਾ ਬਿਲਕੁਲ ਨਿਰਮਲ ਸੀ ਸਾਡੀ, ਕੋਈ ਦਾਗ ਨਹੀਂ ਸੀ। ਬੱਚੇ ਨੂੰ ਰੱਬ ਰੂਪ ਕਹਿੰਦੇ ਆ। ਬੱਚਾ ਸਰ ਫਿਰ ਘਰ 'ਚੋਂ ਹੀ ਉਹ ਮੈਲਾ ਹੋਣ ਲੱਗ ਪੈਂਦਾ ਸੀ, ਘਰੋਂ ਹੀ ਪਹਿਲਾਂ ਮੈਲਾ ਹੋਣ ਲੱਗ ਪੈਂਦਾ। ਆਪ ਜੀ ਵੇਖਦੇ ਹੋ, ਬੱਚਾ ਨਿਰਮਲ ਹੈ, ਦੋਵੇਂ ਭਰਾ ਲੜ ਪਏ, ਇੱਕ ਉਹਨਾਂ ਦਾ ਵੀ ਬੱਚਾ ਹੈ, ਇੱਧਰ ਵੀ ਮਾਂ ਪਿਓ ਨੂੰ ਕਹਿੰਦੇ ਨਿੱਕੇ ਜਿਹੇ ਬੱਚੇ ਨੂੰ ਆਪਣੇ ਤਾਏ ਘਰੇ ਨਾ ਜਾਈ। ਅੱਜ ਉਹ ਲੜਿਆ, ਮਾਂ ਕਹਿੰਦੀ ਤੇਰੇ ਬਾਪ ਨਾਲ ਲੜਿਆ ਹੈ, ਅੱਜ ਉਹਦੇ ਘਰੇ ਨਾ। ਹੁਣ ਬੱਚਾ ਵਿਚਾਰਾ ਨਿਰਮਲ ਹੈ, ਉਹ ਆਪਣੇ ਮਾਂ ਪਿਓ ਤੋਂ ਫਿਰ ਛੁਪ ਕੇ ਉਹਨਾਂ ਦੇ ਘਰੇ ਜਾਂਦਾ ਹੈ। ਉਹ ਫਿਰ ਉਹ ਤਾਇਆ ਤਾਈ ਵੀ ਫਿਰ ਉਹਨੂੰ ਗੱਲ ਲਾਉਂਦੇ, ਕਹਿੰਦੇ ਵੀ ਇਹਦਾ ਵਿਚਾਰੇ ਬੱਚੇ ਦਾ ਤਾਂ ਕੋਈ ਕਸੂਰ ਨਹੀਂ, ਉਹਨਾਂ ਦਾ ਬੱਚਾ ਚੋਰੀ ਛਿਪੇ ਇੱਧਰ ਆਉਂਦਾ ਹੈ। ਉਹ ਨਿਰਮਲ ਆਤਮਾ ਤਾਂ ਵੈਰ ਨੇ ਨਾ ਅੰਦਰ, ਭਰਾ ਭਰਾ ਦਾ ਵੈਰ ਪੈ ਗਿਆ, ਬੱਚਿਆਂ 'ਚ ਕੋਈ ਨਹੀਂ। ਹਾਂ ਵੱਡੇ ਹੋ ਕੇ ਮਾਂ ਪਿਓ ਨੇ ਉਹਨਾਂ ਦਾ ਵੀ ਵੈਰ ਪਵਾ ਦਿੱਤਾ, ਇਹ ਤਾਂ ਤੁਹਾਡੇ ਦੁਸ਼ਮਣ ਹੈ। ਪਹਿਲਾਂ ਤਾਂ ਉਹਦੇ 'ਚ ਕੋਈ ਵੈਰ ਨਹੀਂ ਸੀ, ਪਹਿਲਾਂ ਤੋਂ ਨਿਰਮਲ ਆਤਮਾ ਪਵਿੱਤਰ। ਫਿਰ ਦਾਗੀ ਹੁੰਦੇ ਪਹਿਲਾਂ ਪਰਿਵਾਰ 'ਚੋਂ ਵਕਾਰ ਆਏ, ਫਿਰ ਸੰਸਾਰ 'ਚ ਵਾਢੀਆਂ ਨਾਲ ਵਿਚਰਨ ਲੱਗੇ, ਪਿੰਡ ਨਾਲ ਸਾਂਝ ਪੈ ਗਈ, ਗਾਂ ਫਿਰ ਦਾਗੀ ਹੁੰਦੇ ਮਹਾਰਾਜ ਕਹਿੰਦੇ ਆਤਮਾ ਇੰਨੀ ਕੁ ਮੈਲੀ ਹੋ ਜਾਂਦੀ ਹੈ, ਫਿਰ ਉਹ ਰੱਬ ਦੇ ਘਰ ਪ੍ਰਵਾਨ ਹੀ ਨਹੀਂ ਹੁੰਦੀ ਹੈ। ਰੱਬ ਦੇ ਘਰ ਉਦਣ ਪ੍ਰਵਾਨ ਹੋਵਾਂਗੇ ਜਿਹੋ ਜਿਹੇ ਜਨਮ ਲੈ ਕੇ ਆਏ ਸੋ ਉਹੋ ਜਿਹੇ ਬਣਾਂਗੇ। ਤਾਂ ਹੁਣ ਉਹੋ ਜਿਹੇ ਬਣਨ ਲਈ ਮਿਹਨਤ ਬਹੁਤ ਚਾਹੀਦੀ ਹੈ। ਸਾਰਾ ਕੁਝ ਉਹ ਡਿਲੀਟ ਹੋ ਜਾਏ, ਜੋ ਕੁਝ ਅਸੀਂ ਹੁਣ ਤੱਕ ਪ੍ਰਾਪਤ ਕਰ ਚੁੱਕੇ ਹਾਂ ਅੰਦਰ। ਧਨ ਨਹੀਂ ਹੈ ਵੀ ਸਾਡਾ ਰੁਪਈਆ ਅਸੀਂ ਲਿਆ ਕੇ ਕਿਤੇ ਧਾਰਮਿਕ ਸਥਾਨ ਤੇ ਦੇ ਦਿਆਂਗੇ, ਉਹ ਦੇ ਦਿਆਂਗੇ, ਫਿਰ ਅਸੀਂ ਪਵਿੱਤਰ ਹੋਣਾ ਹੈ। ਮਹਾਰਾਜ ਕਹਿੰਦੇ ਜੋ ਕੁਝ ਵਿਕਾਰ ਧਾਰਨ ਕਰ ਚੁੱਕਾ ਇਹਨੂੰ ਡਿਲੀਟ ਕਰ, ਉਹ ਬਣ ਪਹਿਲਾਂ ਵਰਗਾ ਜਿਹੋ ਜਿਹਾ ਜਨਮ ਲੈ ਕੇ ਆਇਆ ਸਾ, ਜਿਹੋ ਜਿਹਾ ਆਇਆ ਸਾ ਉਹੋ ਜਿਹਾ ਬਣੇਗਾ। ਤੂੰ ਉਹਦੇ 'ਚ ਮਿਕਸ ਹੋਣਾ ਹੈ, ਤੂੰ ਉਹਨਾਂ ਚਿਰ ਨਹੀਂ ਹੋਏਗਾ। ਜਿਹੜੇ ਮਹਾਂਪੁਰਖ ਵੇਖੋ ਤੁਸੀਂ ਉਹੋ ਜਿਹੇ ਬਣ ਜਾਂਦੇ ਆ। ਕਈ ਵਾਰੀ ਕੋਈ ਬਜ਼ੁਰਗ ਹੋ ਜਾਏ ਨਾ, ਉਹ ਬੱਚਿਆਂ ਵਰਗਾ ਬਣ ਜਾਂਦਾ, ਤੁਸੀਂ ਕਦੇ ਵੇਖਿਆ? ਉਹ ਫਿਰ ਆਪਾਂ ਕਹਿ ਦਿੰਦੇ ਨਾ ਇਹਦੀ ਹੁਣ ਬੱਚਿਆਂ ਵਰਗੀ ਹਰਕਤਾਂ ਕਰਦਾ ਹੈ। ਸੱਚ ਜਾਣੋ, ਜਿਹਦਾ ਬਹੁਤ ਜ਼ਿਆਦੀ ਆਤਮਾ ਜਿਹਨੇ ਬੰਦਗੀ ਕੀਤੀ ਹੈ, ਉਹ ਫਿਰ ਅਖੀਰ ਤੇ ਜਾ ਕੇ ਬੱਚੇ ਵਰਗਾ ਬਣ ਕੇ ਫਿਰ ਰੱਬ 'ਚ ਸਮਾ ਜਾਂਦਾ ਹੈ। ਜੇ ਅਸੀਂ ਬੱਚੇ ਵਰਗੇ ਨਹੀਂ ਬਣਾਂਗੇ, ਰੱਬ 'ਚ ਵੀ ਨਹੀਂ ਸਮਾਵਾਂਗੇ। ਫਿਰ ਆਤਮਾ ਉਹੋ ਜਿਹਾ ਸਾਨੂੰ ਹੁਣ ਵੀ ਰੱਬ ਦੇ ਘਰ ਪ੍ਰਵਾਨ ਹੋ ਜੀ, ਉਹੋ ਜਿਹਾ ਗੁਰੂ ਸਾਹਿਬ ਨੇ ਬਣਾਉਣਾ ਹੈ। ਇੱਥੇ ਹੀ ਆਣ ਕੇ ਸਾਡੀ ਵਿਕਾਰਾਂ ਦੀ ਮੈਲ ਲੱਥਣੀ ਹੈ, ਇੱਥੋਂ ਹੀ ਬਖਸ਼ਿਸ਼ ਵਰਤਣੀ ਹੈ। ਤੇ ਜਿੱਦਣ ਅੰਦਰ ਸਾਫ਼ ਹੋ ਗਿਆ, ਫਿਰ ਦਰਗਾਹ 'ਚ ਪ੍ਰਵਾਨ ਵੀ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ, ਦਰਗਾਹ 'ਚ ਬੈਸਣ ਜਗ੍ਹਾ
ਉਸ ਘਰ ਚ ਨਾਨਕ ਬੱਧਾ ਘਰ ਤਾਹਾਂ ਜਿੱਥੇ ਬਿਰਤ ਨਾ ਜੜਮ ਜਰਾ। ਉਸ ਘਰ ਦੇ ਵਿੱਚ ਸਦਾ ਵਾਸਤੇ ਪ੍ਰਵਾਨਗੀ। ਮਹਾਰਾਜ ਕਹਿੰਦੇ ਐ ਭਾਈ ਰੱਬ ਦੇ ਗੁਣ ਗਾਇਆ ਕਰ, ਦਰਗਾਹ 'ਚ ਤੈਨੂੰ ਨਿਰਮਲ ਸੋਏ ਹੋਏਗੀ, ਆਤਮਾ ਪਵਿੱਤਰ ਹੋਏਗੀ, ਪਰਮਾਤਮਾ ਤੈਨੂੰ ਆਪਣੇ ਗਲ ਲਾਏਗਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਸ਼ਬਦ ਦੀ ਵਿਚਾਰ ਕਰਦਿਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਸੰਗਤ ਤੇ ਸਤਿਗੁਰੂ ਬਖਸ਼ਣ ਯੋਗ ਬਖਸ਼ ਲੈਣਾ ਜੀ। ਆਨੰਦ ਸਾਹਿਬ ਜੀ ਦਾ ਪਾਠ ਗੁਰੂ ਚਰਨਾਂ 'ਚ ਅਰਦਾਸ ਬੇਨਤੀ। ਭੁੱਲਾਂ ਚੁੱਕਾਂ ਦੀ ਖਿਮਾ। ਭਾਈ ਇਹਨਾਂ ਸਥਾਨਾਂ ਦੀ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਨੇ। ਚੱਲ ਰਹੀਆਂ ਸੇਵਾਵਾਂ ਦੇ ਵਿੱਚੋਂ ਦੀਵਾਨ ਹਾਲ ਦੀ ਸੇਵਾ ਚੱਲ ਰਹੀ ਹੈ ਜੀ। ਸੇਵਾਵਾਂ 'ਚ ਹਿੱਸੇ ਪਾ ਕੇ ਆਪ ਜੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ